ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ 'ਚ ਅਸੀਂ ਆਪਣੇ ਸਾਰੇ ਕਿਸਾਨ ਵੀਰਾਂ ਦਾ ਸਵਾਗਤ ਕਰਦੇ ਹਾਂ ਔਰ ਇਹ ਪ੍ਰੋਗਰਾਮ ਕਿਸਾਨ ਵੀਰਾਂ ਦੀ ਅਸੀਂ ਪਟਿਆਲਾ ਦੂਰਦਰਸ਼ਨ ਕੇਂਦਰ ਤੋਂ ਪ੍ਰਸਾਰਿਤ ਕਰ ਰਹੇ ਹਾਂ ਔਰ ਅਸੀਂ ਇਹ ਵੀ ਚਾਹੁੰਦੇ ਹਾਂ ਕਿ ਇਸ ਵੇਲੇ ਜਿਹੜੀ ਕਣਕ ਦੀ ਖੇਤੀ ਹੈ ਬੜੀ ਅੱਛੀ ਔਰ ਭਰਪੂਰ ਫਸਲ ਹੈ ਔਰ ਬਾਰਿਸ਼ ਵੀ ਬੜੇ ਟਾਈਮ ਸਿਰ ਹੋਈ ਹੈ ਔਰ ਇਸ ਬਾਰਿਸ਼ ਨਾਲ ਕਣਕ ਦੀ ਖੇਤੀ ਬੜੀ ਲਾਹੇਵੰਦ ਰਹੇਗੀ ਔਰ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਹਮੇਸ਼ਾ ਜਲੰਧਰ ਦੂਰਦਰਸ਼ਨ ਤੋਂ ਔਰ ਪਟਿਆਲਾ ਤੋਂ ਖਾਸ ਕਰਕੇ ਕਿ ਜਿਹੜਾ ਪਟਿਆਲਾ ਦੂਰਦਰਸ਼ਨ ਹੈ ਇਹਦੇ ਆਲੇ ਦੁਆਲੇ ਦੇ ਇਰਦ ਗਿਰਦ ਜੋ ਵੀ ਸਾਡੀਆਂ ਫਸਲਾਂ ਨੇ ਉਹ ਬਿਲਕੁਲ ਭਰਪੂਰ ਫਸਲਾਂ ਨੇ ਔਰ ਇਹਨਾਂ ਫਸਲਾਂ ਦਾ ਜੋ ਕੁਛ ਸਾਡੇ ਇੱਧਰ ਮਾਨਸਾ ਜਾਂ ਬਠਿੰਡਾ ਉਹ ਨਰਮਾ ਬੈਲਟ ਵੀ ਹੈ ਇਸ ਬੈਲਟ 'ਚ ਵੀ ਸਾਡੇ ਕੋਲ ਨਰਮਾ ਕਪਾਹ ਔਰ ਜਿਹੜਾ ਝੋਨਾ ਕਮਾਦ ਸਾਰਾ ਕੁਛ ਬੜਾ ਅੱਛੀ ਫਸਲ ਹੁੰਦੀ ਰਹਿੰਦੀ ਹੈ ਪਰ ਅਸੀਂ ਖਾਸ ਤੌਰ 'ਤੇ ਅੱਜ ਜਿਹੜੀ ਗੱਲ ਕਰਾਂਗੇ ਉਹ ਅਸੀਂ ਕਣਕ ਦੀ ਖੇਤੀ ਬਾਰੇ ਕਰਾਂਗੇ ਕਿ ਕਣਕ ਦੀ ਖੇਤੀ ਜਿਹੜੀ ਹੈ ਭਰਪੂਰ ਫਸਲ ਵੀ ਹੈ ਪਰ ਇਹਦੇ 'ਚ ਕਈ ਲਘੂ ਤੱਤਾਂ ਦੀ ਘਾਟ ਵੀ ਮਹਿਸੂਸ ਹੁੰਦੀ ਹੈ। ਉਹਨਾਂ ਤੱਤਾਂ ਦੀ ਘਾਟ ਨੂੰ ਪੂਰਾ ਕਰਨ ਲਈ ਖਾਸ ਤੌਰ 'ਤੇ ਅਸੀਂ ਖਾਦਾਂ ਪਾਣੀ ਔਰ ਇਹਨਾਂ ਦੀ ਬੜੀ ਅੱਛੀ ਜਿਹੜੀ ਉਹ ਪਰਵਰਿਸ਼ ਹੁੰਦੀ ਹੈ ਔਰ ਇਹਨਾਂ ਤੱਤਾਂ ਦੀ ਜਿਹੜੀ ਘਾਟ ਨੂੰ ਪੂਰਾ ਕਰਨ ਲਈ ਅਸੀਂ ਅੱਜ ਜਿਹੜੇ ਸਾਡੇ ਨਾਲ ਮਾਹਰ ਬੈਠੇ ਨੇ ਖੇਤੀਬਾੜੀ ਵਿਕਾਸ ਅਫਸਰ ਨੇ ਰਣਜੀਤ ਸਿੰਘ ਚੌਹਾਨ ਇਹ ਤੁਹਾਡੇ ਨਾਲ ਇਹ ਸਾਰਾ ਕੁਝ ਸਾਂਝਾ ਕਰਨਗੇ ਕਿ ਕਣਕ ਹੁਣ ਜਨਵਰੀ ਦਾ ਮਹੀਨਾ ਹੈ ਔਰ ਮਾਰਚ ਤੱਕ ਖਾਸ ਤੌਰ 'ਤੇ ਸਿੱਟਿਆਂ 'ਤੇ ਆ ਜਾਂਦੀ ਹੈ ਔਰ ਅਪ੍ਰੈਲ ਵਿਸਾਖੀ ਤੱਕ ਤਾਂ ਕਣਕ ਦੀ ਵਾਢੀ ਸ਼ੁਰੂ ਹੋ ਜਾਂਦੀ ਹੈ ਪਰ ਉਦੋਂ ਪਹਿਲਾਂ ਇਹਦੀ ਸੰਭਾਲ ਕਰਨ ਲਈ ਸਾਡਾ ਇੱਕ ਬਹੁਤ ਵੱਡਾ ਜਿਹੜਾ ਬਣ ਜਾਂਦਾ ਕੋਸ਼ਿਸ਼ ਕਿ ਅਸੀਂ ਇਹਦੇ 'ਚ ਲਘੂ ਤੱਤਾਂ ਦੀ ਘਾਟ ਲਈ ਚੌਹਾਨ ਸਾਹਿਬ ਤੁਹਾਡਾ ਸਾਡੇ ਸਟੂਡੀਓ 'ਚ ਜਿਹੜਾ ਅਸੀਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਆ ਕੇ ਸਾਡੇ ਕਿਸਾਨ ਵੀਰਾਂ ਨਾਲ ਇਹ ਬਿਲਕੁਲ ਸਾਂਝਾ ਕਰਨਾ ਚਾਹੀਦਾ ਕਿ ਜਿਹੜੀ ਹੁਣ ਇਸ ਵੇਲੇ ਕਣਕ ਦੀ ਫਸਲ ਇਸ ਨੂੰ ਇਹ ਤੋਂ ਜ਼ਿਆਦਾ ਝਾੜ ਲੈਣ ਲਈ ਜਿਹੜੇ ਲਘੂ ਤੱਤ ਨੇ ਉਹਨਾਂ ਦੀ ਘਾਟ ਨੂੰ ਪੂਰਾ ਕਰਨ ਲਈ ਕੀ ਉਪਰਾਲੇ ਕਰਨੇ ਚਾਹੀਦੇ? ਬਿਲਕੁਲ ਸਰਦਾਰ ਬਲਕਾਰ ਸਿੰਘ ਜੀ, ਜੇ ਅਸੀਂ ਲਘੂ ਤੱਤਾਂ ਦੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਵੀ ਮੈਂ ਗੱਲ ਕਰਨੀ ਚਾਹੂੰਗਾ ਕਿ ਕਣਕ ਦੀ ਫਸਲ ਨੂੰ ਪੂਰੀ ਵਾਧੇ ਦੇ ਲਈ ਪੂਰਾ ਝਾੜ ਲੈਣ ਲਈ ਉਹਨੂੰ ਤਕਰੀਬਨ 16-17 ਤੱਤਾਂ ਦੀ ਲੋੜ ਪੈਂਦੀ ਹੈ। ਜਿੰਨੇ ਤੱਤ ਇੱਕ ਆਮ ਆਦਮੀ ਨੂੰ ਜਿਉਣ ਲਈ ਚਾਹੀਦੇ ਆ ਉਸ ਤੋਂ ਇੱਕ ਤੱਤ ਘੱਟ ਹੈ ਜਿਹੜਾ ਉਹ ਫਸਲਾਂ ਨੂੰ ਚਾਹੀਦਾ ਹੈ ਸਾਡੀਆਂ ਨੂੰ। ਉਹਦੇ ਵਿੱਚ ਜਿਹੜਾ ਇੱਕ ਤੱਤ ਦੀ ਮੈਂ ਗੱਲ ਕਰ ਰਿਹਾ ਉਹ ਹੈ ਲੂਣ, ਜਿਹੜਾ ਸਾਡੀਆਂ ਫਸਲਾਂ ਨੂੰ ਨਹੀਂ ਚਾਹੀਦਾ। ਜੇ ਕਿਤੇ ਸਾਡੀਆਂ ਫਸਲਾਂ ਦੇ ਵਿੱਚ ਭੁਲੇਖੇ ਨਾਲ ਆ ਵੀ ਜਾਵੇ ਜਾਂ ਅਸੀਂ ਕਹਿ ਲਈਏ ਸ਼ੋਰਾ ਖੇਤ ਦੇ ਵਿੱਚ ਆ ਗਿਆ ਤਾਂ ਉਹ ਜਿਹੜੀ ਕਣਕ ਆ ਉਹ ਵਧੀਆ ਵੱਧਦੀ ਫੁੱਲਦੀ ਨਹੀਂ ਹੈਗੀ। ਕਈ ਵਾਰੀ ਜੇ ਜ਼ਿਆਦਾ ਸ਼ੋਰਾ ਹੈ ਉੱਥੇ ਫਸਲ ਹੁੰਦੀ ਹੋਈ ਨਹੀਂ। ਸੋ ਇੱਥੇ ਮੈਂ ਇਹ ਗੱਲ ਦੱਸਣੀ ਚਾਹੂੰਗਾ ਕਿ ਮੇਨ ਤੱਤ ਨੇ ਜਿਹੜੇ ਸਾਡੇ NPK ਜਿਹਨੂੰ ਅਸੀਂ ਕਹਿੰਦੇ ਨਾਈਟ੍ਰੋਜਨ ਫਾਸਫੋਰਸ ਤੇ ਪੋਟਾਸ਼, ਇਹ ਮੇਜਰ ਤੱਤ ਨੇ ਜਿਹੜੇ ਫਸਲ ਨੂੰ ਉਗਣ ਦੇ ਲਈ ਚਾਹੀਦੇ ਆ। ਜਿਹੜੀ ਨਾਈਟ੍ਰੋਜਨ ਆ ਯੂਰੀਏ ਤੋਂ ਮਿਲ ਜਾਂਦੀ ਹੈ ਸਾਨੂੰ, ਜਿਹੜੀ ਫਾਸਫੋਰਸ ਆ ਉਹ ਸਾਨੂੰ DAP ਤੋਂ ਪੂਰੀ ਹੋ ਜਾਂਦੀ ਹੈ ਤੇ ਜਿਹੜੀ ਪੋਟਾਸ਼ ਆ ਉਹ ਵੀ ਅਸੀਂ ਜੇ ਘਾਟ ਆਉਂਦੀ ਹੈ ਤਾਂ ਪੂਰੀ ਕਰ ਦਿੰਦੇ ਹਾਂ ਮਿਊਰੇਟ ਆਫ ਪੋਟਾਸ਼ ਖਾਦ ਪਾ ਕੇ। ਸੋ ਇਹ ਜਿਹੜੇ ਮੇਜਰ ਤੱਤ ਨੇ, ਇਹਨਾਂ ਤੋਂ ਇਲਾਵਾ ਜਿਹੜੀ ਕਾਰਬਨ, ਹਾਈਡਰੋਜਨ ਤੇ ਆਕਸੀਜਨ ਆ ਇਹ ਵੀ ਇੱਕ ਮੇਜਰ ਤੱਤ ਨੇ ਜਿਹੜੇ ਫਸਲ ਨੂੰ ਵਧਣ ਫੁੱਲਣ ਲਈ ਚਾਹੀਦੇ ਆ। ਇਹ ਸਾਨੂੰ ਹਵਾ ਦੇ ਵਿੱਚੋਂ ਪੂਰੇ ਮਿਲ ਜਾਂਦੇ। ਕਈ ਵਾਰ ਕਿਸਾਨ ਵੀਰ ਜਦੋਂ ਖੇਤੀਬਾੜੀ ਕਰਦੇ ਆ ਤਾਂ ਉਹ ਵਾਹੁੰਦੇ ਜਦੋਂ ਜ਼ਮੀਨ ਨੂੰ ਕਈ ਵਾਰ ਖੁੱਲ੍ਹੀ ਵੀ ਛੱਡ ਦਿੰਦੇ ਆ ਜਿੱਥੇ ਧੁੱਪ ਆਉਂਦੀ ਆ, ਜਿਹਦੇ 'ਚ ਹਵਾ ਆਉਂਦੀ ਆ, ਜਿਹਦੇ 'ਚ ਉਹ ਖਾਦ ਨੂੰ ਲੱਗਦੀ ਹਵਾ। ਬਲਕਾਰ ਸਿੰਘ ਜੀ, ਇਹ ਬਿਲਕੁਲ ਜ਼ਰੂਰੀ ਹੈ ਕਿ ਅਸੀਂ ਖੇਤ ਨੂੰ ਖੁੱਲ੍ਹਾ ਛੱਡੀਏ। ਜੀ ਉਹਦੇ ਵਿੱਚ ਇੱਕ ਤਾਂ ਕੀ ਹੁੰਦਾ, ਜਿਹੜੇ ਕੋਈ ਬਿਮਾਰੀਆਂ ਦੇ ਕਣ ਨੇ ਉਹ ਜਿਹੜੇ ਪਏ ਨੇ ਉਹ ਧੁੱਪ ਨਾਲ ਐਕਸਪੋਜ਼ ਹੋ ਕੇ ਉਹ ਮਰ ਜਾਂਦੇ ਨੇ ਜੇ ਕੋਈ ਬਿਮਾਰੀਆਂ ਦੇ ਕਣ ਪਏ ਆ। ਜਾਂ ਜੇ ਕੋਈ ਕੀੜਾ ਮਕੌੜਾ ਆ ਥੱਲੋਂ ਵਾਹੀ ਦੇ ਨਾਲ ਉੱਪਰ ਆ ਗਿਆ ਉਹਨੂੰ ਸਾਡੇ ਜਾਨਵਰ ਚੁਗ ਲੈਂਦੇ ਆ। ਸੋ ਜੇ ਅਸੀਂ ਵਾਹ ਕੇ ਛੱਡਦੇ ਹਾਂ, ਕੋਈ ਮੀਂਹ ਪੈ ਜਾਂਦਾ ਉਹਦੇ ਨਾਲ ਪਾਣੀ ਥੱਲੇ ਚਲਾ ਜਾਂਦਾ ਆ ਤੇ ਇਹ 2-3 ਜਿਹੜੇ ਕਾਰਨ ਨੇ ਇਹ ਸਾਡੀ ਫਸਲ ਨੂੰ ਭਰਪੂਰ ਬਣਾਉਂਦਾ। ਇਹ ਬਿਲਕੁਲ ਜੇ ਅਸੀਂ ਵਾਹ ਕੇ ਛੱਡਦੇ ਹਾਂ ਜ਼ਮੀਨ ਨੂੰ। ਸੋ ਗੱਲ ਕਰਦੇ ਹਾਂ ਛੋਟੇ ਤੱਤਾਂ ਦੀ ਘਾਟ ਦੀ, ਜਿਹਦੇ ਵਿੱਚ ਕਣਕ ਦੀ ਫਸਲ ਇਸ ਵੇਲੇ ਕਿਸਾਨ ਵੀਰੋ ਪੰਜਾਬ ਦੇ ਵਿੱਚ ਬਹੁਤ ਵਧੀਆ ਭਰਪੂਰ ਫਸਲ ਹੈ। ਟਾਈਮ ਤੇ ਸਾਨੂੰ 1-2 ਜਿਹੜੀ ਬਾਰਿਸ਼ਾਂ ਚਾਹੀਦੀਆਂ ਸੀ ਉਹ ਵੀ ਬੜੀ ਅਕਸਰ ਬਾਰਿਸ਼ ਹੋ ਗਈ ਹੈ। ਸੋ ਇਹ ਮੈਨੂੰ ਲੱਗਦਾ ਵੀ ਜਿਹੜੀ ਇਹ ਬਾਰਿਸ਼ ਹੋਈ ਹੈ ਬਲਕਾਰ ਜੀ, ਇਹ ਕਣਕ ਦੀ ਫਸਲ ਨੂੰ ਘਿਓ ਵਾਂਗੂ ਬਿਲਕੁਲ ਜਿੱਦਾਂ ਦੇ ਖਾਦ ਲੱਗੀ ਹੈ ਨਾ ਉਸੇ ਤਰ੍ਹਾਂ ਖਾਦ ਵਾਂਗੂ ਲੱਗੀ। ਜਿਸ ਤਰ੍ਹਾਂ ਚੌਹਾਨ ਸਾਹਿਬ ਆਪਾਂ ਕਰਦੇ ਗੱਲ ਕਿ ਸਾਡੇ ਕਿਸਾਨ ਵੀਰ ਜਾਣਦੇ ਨੇ ਔਰ ਪੜ੍ਹੇ ਲਿਖੇ ਵੀ ਨੇ ਕਿਉਂਕਿ ਹੁਣ ਕਿਸਾਨ ਜਿਹੜੇ ਆ ਬਿਲਕੁਲ ਵਿਗਿਆਨਕ ਤੌਰ 'ਤੇ ਖੇਤੀ ਕਰਦੇ ਆ। ਜਿੱਦਾਂ ਤੁਸੀਂ ਕਰਦੇ ਸੀ ਕਿ ਜਿਸ 'ਚ ਜ਼ਿੰਕ ਆ, ਸਲਫਰ ਆ, ਮੈਗਜ਼ੀਨ ਆ, ਇਹ ਛੋਟੇ ਲਘੂ ਤੱਤ ਜਿਹੜੇ ਨੇ ਉਹਨਾਂ ਦੀ ਪੂਰਤੀ ਲਈ
ਜਿਹੜਾ ਕੀ ਕੁਛ ਅੱਗੇ ਉਹਨਾਂ ਨੂੰ ਕਰਨਾ ਚਾਹੀਦਾ? ਬਿਲਕੁਲ ਜੀ ਬਲਕਾਰ ਸਿੰਘ ਜੀ, ਜਦੋਂ ਕਿਸੇ ਬੰਦੇ ਨੂੰ ਨਾ ਕਿਸੇ ਤੱਤ ਦੀ ਘਾਟ ਆ ਜਾਂਦੀ ਹੈ ਨਾ, ਤਾਂ ਇੱਕ ਨਿੱਕੀ ਜੀ ਗੋਲੀ ਨਾਲ ਉਹਦੀ ਘਾਟ ਪੂਰੀ ਹੋ ਜਾਂਦੀ ਹੈ ਤੇ ਜਿਹੜੀ ਉਹਦਾ ਸਰੀਰ ਆ ਉਹ ਖੜਾ ਹੋ ਜਾਂਦਾ ਹੈ। ਸੋ ਇਹੀ ਫਸਲਾਂ ਦੇ ਵਿੱਚ ਹੈ, ਜੇ ਸਾਡੀਆਂ ਫਸਲਾਂ ਦੇ ਵਿੱਚ ਕਿਸੇ ਲਘੂ ਤੱਤ ਦੀ ਘਾਟ ਆਉਂਦੀ ਹੈ ਤਾਂ ਝਾੜ ਤਾਂ ਘਟਣਾ ਹੀ ਘਟਣਾ, ਤਾਂ ਜਿਹੜੀ ਫਸਲ ਆ ਉਹ ਵੀ ਖੇਤ ਦੇ ਵਿੱਚ ਸਾਨੂੰ ਵਧੀਆ ਨਹੀਂ ਲੱਗਦੀ। ਸੋ ਇੱਥੇ ਗੱਲ ਕਰੀਏ ਜੇ ਅਸੀਂ ਜ਼ਿੰਕ ਦੀ, ਜ਼ਿੰਕ, ਮੈਂਗਨੀਜ਼ ਤੇ ਸਲਫਰ, ਇਹ ਤਿੰਨ ਤੱਤਾਂ ਦੀ ਘਾਟ ਆ ਜਿਹੜੀ ਕਣਕ ਦੀ ਫਸਲ ਦੇ ਉੱਤੇ ਆ ਜਾਂਦੀ ਹੈ। ਜੇ ਅਸੀਂ ਗੱਲ ਉਹਦੇ ਵਿੱਚੋਂ ਵੀ ਜ਼ਿੰਕ ਦੀ ਪਹਿਲਾਂ ਕਰੀਏ, ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਜਿਹੜੀਆਂ ਖੇਤ ਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ, ਤਕਰੀਬਨ ਹਲਕੀਆਂ ਜ਼ਮੀਨਾਂ ਦੇ ਵਿੱਚ ਬਲਕਾਰ ਜੀ ਜੇ ਅਸੀਂ ਗੱਲ ਕਰੀਏ ਨੇ, ਇਹ ਘਾਟ ਆ ਜਿਹੜੀ ਜ਼ਿਆਦਾਤਰ ਹਲਕੀਆਂ ਜ਼ਮੀਨਾਂ ਦੇ ਵਿੱਚ ਆਉਂਦੀ ਹੈ, ਜਿਹੜੀਆਂ ਹੌਲੀਆਂ ਉਪਜਾਊ ਨਹੀਂ ਹੈਗੀਆਂ, ਜਿਹੜੀਆਂ ਜ਼ਿਆਦਾ ਉਪਜਾਊ ਆ, ਜਿੱਥੇ ਝੋਨਾ ਲੱਗਦਾ ਹੈ ਜਾਂ ਵਧੀਆ ਜ਼ਮੀਨਾਂ, ਭਾਰੀਆਂ ਜ਼ਮੀਨਾਂ, ਉੱਥੇ ਤੱਤਾਂ ਦੀ ਘਾਟ ਘੱਟ ਆਉਂਦੀ ਆ। ਸੋ ਇਹ ਜੇ ਕਣਕ ਝੋਨੇ ਦਾ ਫਸਲੀ ਚੱਕਰ ਅਸੀਂ ਲੰਬੇ ਸਮੇਂ ਤੋਂ ਲੈ ਰਹੇ ਹਾਂ ਤਾਂ ਵੀ ਤੱਤਾਂ ਦੀ ਘਾਟ, ਕਿਉਂਕਿ ਅਸੀਂ ਵਰਤੀ ਜਾ ਰਹੇ ਹਾਂ ਜ਼ਮੀਨ ਦੇ ਵਿੱਚੋਂ ਪਾਉਂਦੇ ਘਾਟਾਂ, ਸੋ ਤਾਂ ਵੀ ਜੇ ਅਸੀਂ ਕਣਕ ਝੋਨੇ ਦਾ ਲੰਬਾ ਫਸਲੀ ਚੱਕਰ ਚੱਲ ਰਿਹਾ ਹੈ ਲੰਬੇ ਸਮੇਂ ਤੋਂ, ਤਾਂ ਵੀ ਇਹਨਾਂ ਤੱਤਾਂ ਦੀ ਘਾਟ ਆ ਜਾਂਦੀ ਹੈ। ਕਿਸਾਨ ਵੀਰੋ, ਮੈਂ ਦੱਸ ਰਿਹਾ ਸੀ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ, ਜਿਹੜੀ ਕਣਕ ਦੀ ਫਸਲ ਦਾ ਜਦੋਂ ਅਸੀਂ ਖੇਤ ਦੇ ਵਿੱਚ ਬੂਟਾ ਦੇਖਦੇ ਹਾਂ ਨਾ, ਤਾਂ ਬੂਟੇ ਦੇ ਵਿਚਕਾਰਲੇ ਪੱਤੇ ਆ ਜਿਹੜੇ ਵਿਚਕਾਰਲੇ ਪੱਤੇ, ਤੇ ਵਿਚਕਾਰਲੇ ਪੱਤਿਆਂ ਦੇ ਬਿਲਕੁਲ ਵਿਚਾਲਿਓਂ ਪੱਤਾ ਸੁੰਗੜ ਕੇ ਉੱਥੋਂ ਪੀਲਾ ਜਿਹਾ ਹੋ ਜਾਂਦਾ, ਤੇ ਪੀਲਾ ਹੋ ਕੇ ਉਹ ਟੁੱਟ ਵੀ ਜਾਂਦਾ ਪੱਤਾ। ਪੱਤੇ ਦੇ ਜਿਹੜੇ ਉਹ ਸੁੰਗਣ ਨਾਲ ਪਤਾ ਲੱਗ ਜਾਂਦਾ ਵਿੱਚ ਜ਼ਿੰਕ ਦੀ ਘਾਟ। ਇਹ ਪੱਤਾ ਹੈ ਜੀ, ਇਹਦੇ ਬਿਲਕੁਲ ਸੈਂਟਰ ਦੇ ਵਿੱਚੋਂ ਉਹ ਸੁੰਗੜ ਜਾਂਦਾ ਹੈ, ਕਮਜ਼ੋਰ ਹੋ ਜਾਂਦਾ, ਉੱਥੋਂ ਪੀਲਾਪਣ ਨਜ਼ਰ ਆਉਂਦਾ, ਤੇ ਉਹ ਉਸ ਤੋਂ ਬਾਅਦ ਉਹ ਥੱਲੇ ਨੂੰ ਟੁੱਟ ਕੇ ਲਮਕ ਵੀ ਜਾਂਦਾ ਜ਼ਿਆਦਾ ਘਾਟ ਦੇ ਕਾਰਨ। ਤੇ ਇਹਦੇ ਨਾਲ ਮੇਰੇ ਖਿਆਲ ਫਿਰ ਜੇ ਪੱਤਿਆਂ 'ਚ ਹੀ ਇਹਨਾਂ ਜਾਂ ਉਹਨਾਂ 'ਚ ਕੁਰੂੰਬੜਾਂ ਟੁੱਟ ਜਾਂਦੀਆਂ ਜਾਂ ਅੱਗੇ ਨਹੀਂ ਵੱਧਦੇ ਫੁੱਲਦੇ, ਤੇ ਫਿਰ ਝਾੜ ਤੇ ਤਾਂ ਬਹੁਤ ਵੱਡਾ ਅਸਰ ਪਊਗਾ। ਬਿਲਕੁਲ ਬਲਕਾਰ ਸਿੰਘ ਜੀ, ਝਾੜ ਤੇ ਤਾਂ ਮਾੜਾ ਅਸਰ ਬਿਲਕੁਲ ਪਊਗਾ, ਕਿਉਂਕਿ ਜਿਹੜੀ ਫਸਲ ਨੇ ਖੁਰਾਕ ਹੈ ਉਹ ਪੱਤਿਆਂ ਦੇ ਰਾਹੀਂ ਬਣਾਉਣੀ ਆ। ਜੇ ਪੱਤੇ ਉਹਦੇ ਖਰਾਬ ਹੋ ਗਏ ਤਾਂ ਫਿਰ ਤੁਹਾਨੂੰ ਪਤਾ ਵੀ ਖੁਰਾਕ ਨਹੀਂ ਬਣਨੀ, ਤੇ ਝਾੜ ਤੇ ਮਾੜਾ ਅਸਰ ਪੈਣਾ। ਇਹ ਖਾਸ ਤੌਰ ਤੇ ਹਾੜੀ ਦੀਆਂ ਫਸਲਾਂ 'ਚ ਗਿਣੀ ਜਾਂਦੀ ਜਾਂ ਸਾਉਣੀ ਦੀਆਂ ਫਸਲਾਂ 'ਚ ਵੀ ਹੁੰਦਾ? ਨਹੀਂ, ਤੱਤਾਂ ਦੀ ਘਾਟ ਤਕਰੀਬਨ ਹਾੜੀ ਦੀਆਂ ਫਸਲਾਂ ਨੂੰ ਹੋਰ ਤੱਤਾਂ ਦੀ ਘਾਟ ਆ ਜਾਂਦੀ ਹੈ, ਤੇ ਸਾਉਣੀ ਦੀਆਂ ਫਸਲਾਂ ਨੂੰ ਹੋਰ ਤੱਤਾਂ ਦੀ ਘਾਟ ਆ ਜਾਂਦੀ ਹੈ। ਜਿਵੇਂ ਅਸੀਂ ਕਹਿ ਲਈਏ ਵੀ ਝੋਨੇ ਦੇ ਵਿੱਚ ਲੋਹੇ ਦੀ ਘਾਟ ਬਹੁਤ ਆ ਜਾਂਦੀ ਹੈ। ਸੋ ਇਹੋ ਜਿਹੀ ਮਤਲਬ ਕਈ ਵਾਰੀ ਵੱਖ-ਵੱਖ ਫਸਲਾਂ ਨੂੰ ਵੱਖ-ਵੱਖ ਤੱਤਾਂ ਦੀ ਘਾਟ ਆਉਂਦੀ ਹੈ, ਕਿਉਂ ਬਣਤਰ ਹੁੰਦੀ ਹੈ ਫਸਲ ਦੀ, ਜਾਂ ਜਿਵੇਂ ਆਪਣੇ ਬੰਦਿਆਂ ਦੀ ਬਣਤਰ ਹੈ, ਕਿਸੇ ਨੂੰ ਕਿਸੇ ਤੱਤ ਦੀ ਘਾਟ ਆ ਜਾਂਦੀ ਹੈ ਕਈ ਵਾਰੀ। ਕਿਸਾਨ ਵੀਰਾਂ ਨੂੰ ਖਾਸ ਤੌਰ ਤੇ ਪਤਾ ਵੀ ਲੱਗ ਜਾਂਦਾ ਵੀ ਇਹਦੇ 'ਚ ਆ ਕਮਜ਼ੋਰੀ ਆ ਗਈ ਆ, ਪੱਤੇ ਹੁਣ ਝੜਨੇ ਸ਼ੁਰੂ ਹੋ ਗਏ, ਔਰ ਇਹਦੇ 'ਚ ਇਹਨਾਂ ਦੀ ਜਿਹੜੀ ਵਾਧੇ ਤੇ ਜਿਹੜਾ ਪ੍ਰਭਾਵ ਪੈ ਰਿਹਾ, ਝਾੜ ਤੇ ਪ੍ਰਭਾਵ ਪਊਗਾ। ਸਾਡੇ ਦਫ਼ਤਰਾਂ ਦੇ ਵਿੱਚ ਬੂਟੇ ਲੈ ਕੇ ਸਾਡੇ ਕਿਸਾਨ ਵੀਰ ਆਉਂਦੇ ਆ, ਤੇ ਅਸੀਂ ਉਹਨਾਂ ਨੂੰ ਦੱਸਦੇ ਹਾਂ ਵੀ ਜੇ ਜ਼ਿੰਕ ਦੀ ਘਾਟ, ਅਸੀਂ ਦੇਖ ਕੇ ਦੱਸਦੇ ਹਾਂ ਕਿਹੜੀ ਘਾਟ ਹੈ ਤੇ ਉਹਨੂੰ ਕਿਵੇਂ ਪੂਰਾ ਕਰ ਸਕਦੇ ਹਾਂ। ਸੋ ਇੱਥੇ ਆਪਾਂ ਜ਼ਿੰਕ ਦੀ ਘਾਟ ਦੀ ਪੂਰਤੀ ਦੱਸ ਦਈਏ ਸਾਡੇ ਕਿਸਾਨ ਵੀਰਾਂ ਨੂੰ। ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਆਂ ਤਾਂ ਕਿਸਾਨ ਵੀਰੋ ਤੁਸੀਂ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ, ਤੇ ਜੇ ਇਹਦੀ ਪੂਰਤੀ ਕਰਨੀ ਹੈ ਤਾਂ ਅਸੀਂ 10 ਕਿਲੋ ਜ਼ਿੰਕ ਸਲਫੇਟ ਆ ਜਿਹੜਾ ਉਹ ਛਿੱਟਾ ਦੇ ਸਕਦੇ ਹਾਂ। ਤੇ ਜੇ ਅਸੀਂ 3 ਸਾਲਾਂ ਲਈ ਘਾਟ ਜਿਹੜੀ ਪੂਰੀ ਕਰਨੀ ਹੈ ਖੇਤ ਦੇ ਵਿੱਚੋਂ ਆਪਣੇ ਦੇ, ਤਾਂ ਅਸੀਂ 20 ਕਿਲੋ ਜ਼ਿੰਕ ਸਲਫੇਟ ਆ ਜਿਹੜਾ ਉਹ ਖੇਤ ਦੇ ਵਿੱਚ ਛਿੱਟਾ ਦੇ ਸਕਦੇ ਹਾਂ। ਮਤਲਬ ਮਕਦਾਰ ਵਧਾ ਦੇਣੀ ਚਾਹੀਦੀ ਹੈ ਬਿਲਕੁਲ, ਜੇ ਅਸੀਂ 3 ਸਾਲ ਲਈ ਪੂਰੀ ਕਰਨੀ ਹੈ। ਇਸ ਤੋਂ ਇਲਾਵਾ ਜੇ ਅਸੀਂ ਹੁਣ ਫਸਲ ਵਾਧੇ ਵੱਲ ਨੂੰ ਹੋ ਰਹੀ ਹੈ, ਸ਼ਾਇਦ ਤੱਤਾਂ ਦੀ ਘਾਟ ਹੁਣ ਨਾ ਆਵੇ ਕਿਸਾਨ ਵੀਰੋ, ਜੇ ਅਸੀਂ ਤੁਹਾਨੂੰ ਘਾਟ ਨਜ਼ਰ ਵੀ ਆਉਂਦੀ ਆ, ਤੁਸੀਂ 1 ਕਿਲੋ ਜ਼ਿੰਕ ਸਲਫੇਟ ਆ ਨਾ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰਕੇ ਵੀ ਇਹਦੀ ਘਾਟ ਦੀ ਪੂਰਤੀ ਪੂਰੀ ਹੋ ਸਕਦੀ ਹੈ। ਬਿਲਕੁਲ, ਜਿਸ ਤਰ੍ਹਾਂ ਹੁਣ ਤੁਸੀਂ ਦੱਸਿਆ ਵੀ ਇਹਦੇ ਬਾਰੇ ਕਿ ਆਹ ਇਹਦੇ ਨਾਲ ਪੂਰਤੀ ਹੋ ਜਾਂਦੀ ਹੈ, ਤਾਂ ਜੇ ਆਪਾਂ ਮੈਗਨੀਜ਼ ਦੀ ਗੱਲ ਕਰਦੇ, ਮੈਗਨੀਜ਼ ਜਿਹੜਾ ਇਹਦੇ 'ਚ ਘਾਟ ਜਿੰਨੀ ਹੁੰਦੀ ਹੈ ਉਹਦੇ 'ਚ ਸਲਫਰ ਦਾ ਵੀ ਘਾਟ ਹੈਗੀ। ਬਿਲਕੁਲ ਜੀ, ਉਹਦੇ 'ਚ ਜਿਹੜੀ ਸਲਫਰ ਦੀ ਤਾਂ ਇਹਨਾਂ ਦੋਵਾਂ ਦੀ ਜਦੋਂ ਘਾਟ ਦੀ ਪਤਾ ਲੱਗਦਾ, ਉਹ ਵੀ ਪੱਤਿਆਂ ਤੋਂ ਜਾਂ ਉਹਨਾਂ ਦੇ ਤਣੇ ਤੋਂ? ਉਹ ਵੀ ਪੱਤਿਆਂ ਦੇ ਵਿੱਚੋਂ ਹੀ ਪਤਾ ਲੱਗਦੀ ਹੈ ਜੀ। ਕਿਸਾਨ ਵੀਰੋ, ਜਦੋਂ ਤੁਸੀਂ ਖੇਤ ਦੇ ਵਿੱਚ ਜਾਂਦੇ ਹੋ ਨਾ, ਸਾਡੀ ਇਹੀ ਖੇਤੀਬਾੜੀ ਵਿਭਾਗ ਦੇ ਵੱਲੋਂ ਤੁਹਾਨੂੰ ਰਿਹਾ ਕਿ ਤੁਸੀਂ ਖੇਤ ਦੇ ਵਿੱਚ ਰੋਜ਼ ਜਾਓ, ਰੋਜ਼ ਨਹੀਂ ਦੂਜੇ ਦਿਨ ਜਾਓ, ਦੂਜੇ ਨਹੀਂ ਤੀਜੇ ਦਿਨ, ਮਤਲਬ ਕਹਿਣ ਦਾ ਗੇੜਾ ਜ਼ਰੂਰ ਖੇਤ ਦੇ ਵਿੱਚ ਰੱਖੋ, ਕਿਉਂਕਿ ਇਹ ਘਾਟਾਂ ਜਿਹੜੀਆਂ ਜਾਂ ਕੀੜੇ ਮਕੌੜੇ ਜਾਂ ਬਿਮਾਰੀਆਂ ਇਹ ਰਾਤੋਂ ਰਾਤ ਵੱਧਦੀਆਂ ਨੇ ਜੀ। ਸੋ ਤੁਸੀਂ ਜੇ ਖੇਤ ਦੇ ਵਿੱਚ ਗੇੜਾ ਮਾਰੋਗੇ ਤੁਹਾਨੂੰ ਪਤਾ ਲੱਗੂਗਾ ਕਿ ਖੇਤ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੈ। ਜੇ ਪੱਤੇ ਪੀਲੇ ਪੈ ਰਿਹਾ, ਤੁਸੀਂ ਖੇਤੀਬਾੜੀ ਦਫ਼ਤਰ ਦੇ ਵਿੱਚ ਲੈ ਆਓ। ਸੋ ਇੱਥੇ ਮੈਂ ਤੁਹਾਨੂੰ ਮੈਂਗਨੀਜ਼ ਦੀਆਂ ਨਿਸ਼ਾਨੀਆਂ ਵੀ ਜ਼ਰੂਰ ਦੱਸਣੀਆਂ ਚਾਹੂੰਗਾ। ਜਦੋਂ ਅਸੀਂ ਪੱਤਾ ਦੇਖਦੇ ਹਾਂ ਨਾ ਜੀ ਮੈਂਗਨੀਜ਼ ਦੀ ਘਾਟ ਦਾ, ਤਾਂ ਉਹਦੇ ਵਿੱਚ ਜਿਹੜੀਆਂ ਨਾੜੀਆਂ ਨੇ ਉਹ ਹਰੀਆਂ ਰਹਿੰਦੀਆਂ, ਨਾੜੀਆਂ ਦੇ ਵਿਚਕਾਰਲਾ ਹਿੱਸਾ ਜਿਹੜਾ ਹੈ ਉਹ ਪੀਲਾ ਪੈ ਜਾਂਦਾ, ਪੀਲਾ ਰੰਗ ਹੋ ਜਾਂਦਾ, ਬਿਲਕੁਲ ਇਦਾਂ ਪੀਲੀਆਂ ਧਾਰੀਆਂ ਨਜ਼ਰ ਆਉਂਦੀਆਂ ਲੰਬੇ ਪਾਸੇ ਨੂੰ। ਇਹ ਮੈਂਗਨੀਜ਼ ਦੀ ਘਾਟ ਦੀਆਂ ਨਿਸ਼ਾਨੀਆਂ ਨੇ। ਸੋ ਕਿਸਾਨ ਵੀਰੋ, ਇਹਦੀ ਘਾਟ ਨੂੰ ਵੀ ਅਸੀਂ
ਪੂਰਾ ਕਰ ਸਕਦੇ ਆ ਮੈਂਗਨੀਜ਼ ਸਲਫੇਟ ਖੇਤ ਦੇ ਵਿੱਚ ਸਪਰੇਅ ਕਰਕੇ। ਸੋ ਅੱਧਾ ਕਿਲੋ ਮੈਂਗਨੀਜ਼ ਸਲਫੇਟ ਆ ਜਿਹੜਾ 100 ਲੀਟਰ ਪਾਣੀ ਦੇ ਵਿੱਚ ਘੋਲ ਕੇ, ਜਾਂ ਫਿਰ 1 ਕਿਲੋ ਮੈਂਗਨੀਜ਼ ਸਲਫੇਟ ਆ ਜਿਹੜਾ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਅਸੀਂ ਆਪਣੇ ਖੇਤ ਦੇ ਮੁਤਾਬਕ ਸਪਰੇਅ ਕਰ ਸਕਦੇ ਹਾਂ। ਅੱਛਾ, ਉਹੀ ਗੱਲ ਹੈ। ਤੇ ਜਿਹਦਾ ਬਿਲਕੁਲ ਅੱਗੇ ਆਪਾਂ ਸਲਫਰ ਦੀ ਵੀ ਗੱਲ ਕਰ ਜਿਹੜੀ ਲਈ। ਘਾਟ ਆ ਉਹ ਨਾਲ ਦੱਸੋ ਕਿ ਜੇ ਸਲਫਰ ਦੀ ਘਾਟ ਨਾਲ ਵੀ ਇਹ ਜਿਹੀਆਂ ਨਿਸ਼ਾਨੀਆਂ ਨੇ, ਜਾਂ ਉਹ ਕਿਹੜੀ ਫਸਲ ਹੈ ਜਿਸ 'ਤੇ ਖਾਸ ਤੌਰ 'ਤੇ ਇਹ ਮਤਲਬ ਨਜ਼ਰ ਆ ਜਾਂਦਾ? ਬਿਲਕੁਲ ਬਲਕਾਰ ਸਿੰਘ ਜੀ, ਜੇ ਅਸੀਂ ਗੱਲ ਕਰੀਏ ਨਾ ਸਲਫਰ ਦੀ ਘਾਟ ਦੀ, ਤੇ ਜਿਹੜੀ ਸਲਫਰ ਦੀ ਘਾਟ ਆ ਨਾ, ਇਹ ਭਿੰਡੀ ਦੀ ਫਸਲ ਦੇ ਉੱਤੇ ਬਹੁਤ ਵਧੀਆ ਨਜ਼ਰ ਆਉਂਦੀ ਆ। ਹਾਂ, ਭਿੰਡੀ ਉਹਨੂੰ ਜ਼ਿਆਦਾ ਸਲਫਰ ਦੀ ਲੋੜ ਆ। ਜਿਹੜੇ ਉੱਪਰਲੇ ਪੱਤੇ ਨਾ ਬਿਲਕੁਲ ਪੀਲੇ ਹੋਏ ਹੁੰਦੇ ਆ, ਬਿਲਕੁਲ ਪੀਲੇ। ਹਾਂ, ਤੇ ਫਿਰ ਭਿੰਡੀ ਲੱਗਣੀ ਵੀ ਬਹੁਤ ਘੱਟ, ਉਹਦੇ ਵਿੱਚ ਲੱਗਣੀ ਬਹੁਤ ਥੋੜੀ। ਦੇਖੋ ਜੀ, ਜੇ ਤੱਤਾਂ ਦੀ ਘਾਟ ਹੋਊਗੀ ਤਾਂ ਫਿਰ ਪੈਦਾਵਾਰ ਤਾਂ ਲੱਗਣਾ ਨਹੀਂ ਨਾ, ਪੈਦਾਵਾਰ ਤੇ ਤਾਂ ਮਾੜਾ ਅਸਰ ਪਊਗਾ ਹੀ ਪਊਗਾ। ਸੋ ਜੇ ਅਸੀਂ ਹੁਣ ਕਣਕ ਚੱਲ ਰਹੀ ਹੈ ਇਸ ਵੇਲੇ ਫਸਲ, ਤੇ ਅਸੀਂ ਕਣਕ ਦੇ ਉੱਤੇ ਗੱਲ ਕਰਦੇ ਹਾਂ, ਉੱਪਰਲੇ ਪੱਤੇ ਆ ਜਿਹੜੇ ਉਹਨਾਂ ਦੇ ਉੱਪਰਲੀਆਂ ਨੋਕਾਂ ਨੇ ਪੀਲੀਆਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਥੱਲੇ ਨੂੰ ਪੀਲੇ ਹੋ ਜਾਂਦੇ ਆ ਉੱਪਰਲੇ ਪੱਤੇ ਆ ਜਿਹੜੇ। ਹਲਕੀਆਂ ਜ਼ਮੀਨਾਂ ਦੇ ਵਿੱਚ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਇਹਨਾਂ ਛੋਟੇ ਤੱਤਾਂ ਦੀ ਘਾਟ ਆ ਜਿਹੜੀ ਉਹ ਆ ਜਾਂਦੀ ਆ। ਸੋ ਇਹ ਸਲਫਰ ਦੀ ਘਾਟ ਨੂੰ ਦੂਰ ਕਰਨ ਲਈ ਅਸੀਂ ਜਿਪਸਮ ਦੀ ਵਰਤੋਂ ਹੀ ਖੇਤ ਦੇ ਵਿੱਚ ਕਰਨੀ ਆ। ਹੋਰ ਕਿਸੇ ਕਿਸਮ ਦੀ ਅਸੀਂ ਨਾ ਸਪਰੇਅ ਨਾ ਕੋਈ ਹੋਰ ਉਹ ਨਹੀਂ ਕਰ ਸਕਦੇ। ਬਾਜ਼ਾਰ ਦੇ ਵਿੱਚ ਕਿਸਾਨ ਵੀਰੋ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਮਿਲਦੀਆਂ ਨੇ, ਦੁਕਾਨਾਂ ਦੇ ਉੱਤੇ ਵੀ ਉਹਦੇ ਵਿੱਚ ਮਲਟੀ ਜਿਹੜੇ ਤੱਤ ਨੇ ਇੱਕ ਡੱਬੇ ਦੇ ਵਿੱਚ ਵੀ ਆਉਂਦੇ ਆ। ਪਰ ਸਾਨੂੰ ਜੇ ਅਸੀਂ ਘਾਟਾਂ ਪੂਰੀਆਂ ਕਰਨੀਆਂ ਨਾ ਜਿਹੜੀਆਂ ਆਪਣੀਆਂ ਇਹਨਾਂ ਤੱਤਾਂ ਦੀਆਂ, ਜ਼ਿੰਕ, ਮੈਂਗਨੀਜ਼ ਤੇ ਸਲਫਰ ਦੀ, ਤਾਂ ਸਾਨੂੰ ਕੱਲੇ ਤੱਤ ਆ ਜਿਹੜੇ ਖੇਤੀਬਾੜੀ ਯੂਨੀਵਰਸਿਟੀ ਦੇ ਵੱਲੋਂ ਸਿਫਾਰਿਸ਼ ਆ ਉਹੀ ਵਰਤਣੇ ਚਾਹੀਦੇ ਆ। ਸੋ ਸਲਫਰ ਆ ਜਿਹੜੀ ਇਹ ਅਸੀਂ ਜਿਪਸਮ ਖੇਤ ਦੇ ਵਿੱਚ ਪਾ ਕੇ ਪੂਰੀ ਕਰ ਸਕਦੇ ਹਾਂ, ਉਹਦੇ ਵਿੱਚ ਸਲਫਰ ਦੀ ਘਾਟ ਪੂਰੀ ਹੋ ਜਾਂਦੀ ਆ। ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ ਕਣਕ ਦੀ ਖੇਤੀ ਦੇ ਵਿੱਚ ਜਦੋਂ ਫਸਲ ਹੁੰਦੀ ਹੈ ਤਾਂ ਉਹਦੇ ਸਿੱਟੇ ਜਿਹੜੇ ਬਣਦੇ ਆ, ਕਈ ਸਿੱਟੇ ਜਿਹੜੇ ਆ ਉਹਨਾਂ 'ਚ ਕਾਲੇ ਰੰਗ ਦਾ ਉੱਤੇ ਲੱਗਦਾ, ਔਰ ਉਹ ਪੂਰੇ ਤੌਰ 'ਤੇ ਸਿੱਟੇ ਦਾਣੇ ਨਹੀਂ ਉੱਚ ਬਣਦੇ, ਔਰ ਉਹ ਵਿੱਚ ਹੀ ਸੜ ਜਾਂਦੇ ਆ। ਉਹ ਕੋਈ ਇਸ ਤਰ੍ਹਾਂ ਦੀ ਬਿਮਾਰੀ ਵੀ ਹੈ ਜਿਹੜੀ ਕਿ ਉਹਨਾਂ ਨੂੰ? ਬਿਲਕੁਲ ਜੀ, ਕਾਂਗਿਆਰੀ ਹੈਗੀ ਆ ਕਣਕ ਦੀ ਫਸਲ ਨੂੰ, ਇਹ ਲੱਗ ਜਾਂਦੀ ਹੈ ਕਿਸਾਨ ਵੀਰੋ। ਪਹਿਲਾਂ ਤਾਂ ਅਸੀਂ ਕਿ ਇਹ ਜਿਹੜੀ ਇਹਦੇ ਸਪੋਰ ਨੇ ਇਹਦੇ ਬਿਮਾਰੀ ਦੇ, ਇਹ ਬੀਜ ਰਾਹੀਂ ਅੱਗੇ ਵੱਧਦੇ ਆ। ਸੋ ਸਾਨੂੰ ਪਹਿਲਾਂ ਜਦੋਂ ਕਣਕ ਬੀਜਣੀ ਆ ਜਾਂ ਅਸੀਂ ਕੋਈ ਵੀ ਫਸਲ ਬੀਜਣੀ ਆ ਤਾਂ ਬੀਜ ਦੀ ਸੋਧ ਅਸੀਂ ਜ਼ਰੂਰ ਕਰੀਏ। ਪੂਰੀ ਟ੍ਰੀਟਮੈਂਟ ਦੇ ਕੇ ਫਿਰ ਬੀਜਣਾ ਚਾਹੀਦਾ। ਬਿਲਕੁਲ ਜੀ, ਬਿਲਕੁਲ ਟ੍ਰੀਟਮੈਂਟ ਦੇ ਕੇ ਜੇ ਅਸੀਂ ਬੀਜਾਂਗੇ ਤਾਂ ਹੀ ਭਰਪੂਰ ਸਾਫ਼ ਸੁਥਰਾ ਬੀਜ ਬੀਜਿਆ ਜਾਊਗਾ ਤੇ ਤਾਦੀ ਪੈਦਾਵਾਰ ਅੱਛੀ ਰਹੂਗੀ, ਨਹੀਂ ਤੇ ਬਿਮਾਰੀਆਂ ਆਉਣੀਆਂ ਨੇ ਜੀ। ਇੱਕ ਆਪਾਂ ਇਹਦੇ ਨਾਲ ਹੀ ਹੋਰ ਗੱਲ ਕਰੀਏ ਪੀਲੀ ਕੁੰਗੀ ਦੀ ਜੀ। ਅੱਜ ਕੱਲ੍ਹ ਦਾ ਬੜੀ ਚੱਲ ਰਹੀ ਹੈ। ਬਿਲਕੁਲ ਕਿਸਾਨ ਵੀਰੋ, ਜਿਹੜੀ ਪੀਲੀ ਕੁੰਗੀ ਹੈ ਨਾ, ਇਹ ਕਈ ਵਾਰੀ ਪੱਤੇ ਤੁਹਾਨੂੰ ਵੈਸੇ ਵੀ ਪੀਲੇ ਨਜ਼ਰ ਆਉਂਦੇ ਆ, ਕਿਤੇ ਦੂਰੋਂ ਦੇਖ ਕੇ ਨਾ ਇਹ ਸਮਝ ਲਿਓ ਕਿ ਇਹ ਪੀਲੀ ਕੁੰਗੀ ਆ ਗਈ ਸਾਡੇ ਖੇਤ ਦੇ ਵਿੱਚ। ਤੁਸੀਂ ਬੂਟੇ ਦੇ ਨੇੜੇ ਜਾਣਾ, ਪੱਤੇ ਨੂੰ ਤੋੜ ਕੇ ਜਾਂ ਪੱਤੇ ਦੇ ਉੱਤੇ ਹੱਥ ਲਾ ਕੇ ਦੇਖਣਾ, ਤੁਹਾਡੇ ਹੱਥ ਨੂੰ ਜੇ ਪਾਊਡਰ ਲੱਗ ਰਿਹਾ ਪੀਲਾ ਤਾਂ ਉਹ ਪੀਲੀ ਕੁੰਗੀ ਤੁਹਾਡੇ ਖੇਤ ਦੇ ਵਿੱਚ ਆ ਚੁੱਕੀ ਹੈ। ਇਹ ਕਿਸਾਨ ਵੀਰੋ ਤਾਂ ਹੀ ਸੰਭਵ ਹੋਊ ਜੇ ਤੁਸੀਂ ਰੋਜ਼ ਖੇਤ ਦੇ ਵਿੱਚ ਗੇੜਾ ਮਾਰੋਗੇ। ਜੇ ਨਾ ਮਾਰੋਗੇ, ਇੱਕ ਬੂਟੇ ਤੇ ਆ ਗਈ ਤਾਂ ਇਹ ਰਾਤੋਂ ਰਾਤ ਬਿਮਾਰੀ ਵੱਧਦੀ ਆ, ਫਿਰ ਤੁਹਾਨੂੰ ਬਹੁਤ ਔਖਾ ਹੋ ਜਾਊਗਾ ਇਹਨੂੰ ਕੰਟਰੋਲ ਕਰਨਾ। ਜੇ ਤੁਹਾਨੂੰ ਪਤਾ ਲੱਗਦਾ ਵੀ ਥੋੜੇ ਜਿਹੇ ਥਾਂ ਦੇ ਵਿੱਚ ਆ ਤਾਂ ਤੁਸੀਂ ਓਨੇ ਥਾਂ ਦੇ ਵਿੱਚ ਹੀ ਸਪਰੇਅ ਆ ਜਿਹੜੀ ਉਹ ਕਰ ਸਕਦੇ ਹੋ। ਆਪਾਂ ਸਪਰੇਅ ਵੀ ਦੱਸ ਹੀ ਦਈਏ ਸਾਡੇ ਕਿਸਾਨ ਵੀਰਾਂ ਨੂੰ। ਕਿਸਾਨ ਵੀਰੋ, ਜੇ ਤੁਹਾਡੇ ਖੇਤ ਦੇ ਵਿੱਚ ਵੈਸੇ ਤਾਂ ਇਹੋ ਜੀ ਕੋਈ ਸਮੱਸਿਆ ਨਹੀਂ ਹੈ, ਨੀਮ ਪਹਾੜੀ ਇਲਾਕਿਆਂ ਦੇ ਵਿੱਚ ਇਹ ਬਿਮਾਰੀ ਸੀ ਨਾ ਜੀ, ਥੋੜਾ ਜਿਹਾ ਆਪਾਂ ਹੋਰ ਪਿਛੋਕੜ ਦੱਸੀਏ ਸਾਡੇ ਕਿਸਾਨ ਵੀਰਾਂ ਨੂੰ। ਪਹਾੜਾਂ ਦੇ ਵਿੱਚ ਕੋਈ ਨਦੀਨ ਹੁੰਦੇ ਆ, ਝਾੜੀਆਂ, ਉਹਨਾਂ ਦੇ ਉੱਤੇ ਦੇ ਸਪੋਰ ਹੁੰਦੇ ਨੇ। ਜਦੋਂ ਹਵਾ ਵਗਦੀ ਆ ਸਾਡੇ ਪੰਜਾਬ ਵੱਲ ਨੂੰ ਤਾਂ ਉਹ ਹਵਾ ਦੀ ਨਾਲੇ ਦੇ ਕਾਣਾ ਜਿਹੜੇ ਪਹਿਲਾਂ ਇਹ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਜਿਹੜੇ ਸਾਡਾ ਰੋਪੜ ਇਲਾਕਾ ਹੋਇਆ, ਨਵਾਂ ਸ਼ਹਿਰ ਹੋਇਆ, ਇਹਨਾਂ ਜ਼ਿਲ੍ਹਿਆਂ ਦੇ ਵਿੱਚ ਬਿਮਾਰੀ ਆ ਜਾਂਦੀ ਆ। ਉਸ ਤੋਂ ਬਾਅਦ ਫਿਰ ਹਵਾ ਦੇ ਨਾਲ ਅੱਗੇ ਜ਼ਿਲ੍ਹਿਆਂ ਦੇ ਵਿੱਚ ਵੱਧਦੀ ਆ। ਪਰ ਸਾਡੇ ਪੰਜਾਬ ਦੇ ਵਿੱਚ ਖੇਤੀਬਾੜੀ ਵਿਭਾਗ ਨੇ ਇਹਨੂੰ ਕੰਟਰੋਲ ਕੀਤਾ ਹੋਇਆ। ਜੇ ਨੇੜੇ ਕਿਤੇ ਨੀਮ ਪਹਾੜੀ ਇਲਾਕਿਆਂ ਦੇ ਵਿੱਚ ਆਈ ਵੀ ਸੀ ਤਾਂ ਕੰਟਰੋਲ ਆ। ਇਸ ਵੇਲੇ ਸਥਿਤੀ ਬਿਲਕੁਲ ਠੀਕ ਹੈ। ਐਵੇਂ ਸਾਨੂੰ ਸਪਰੇਅ ਵੱਲ ਨਹੀਂ ਆਉਣਾ ਚਾਹੀਦਾ। ਜੇ ਬਿਮਾਰੀ ਤੁਹਾਨੂੰ ਦਿਖਦੀ ਹੈ ਖੇਤ ਦੇ ਵਿੱਚ ਤਾਂ ਹੀ ਸਪਰੇਅ ਕਰੋ, ਨਹੀਂ ਤਾਂ ਪੈਸਿਆਂ ਦੇ ਵਿੱਚ ਸਾਡਾ ਨੁਕਸਾਨ ਹੁੰਦਾ ਹੈ। ਇਹਦੀ ਜਿਹੜੀ ਰੋਕਥਾਮ ਹੈ ਕਿਸਾਨ ਵੀਰੋ, ਪ੍ਰੋਪੀਕੋਨਾਜ਼ੋਲ 25% EC 200 ਮਿਲੀਲੀਟਰ ਪਾਣੀ ਦੇ ਵਿੱਚ, 200 ਮਿਲੀਲੀਟਰ ਦਵਾਈ ਆ ਜਿਹੜੀ, ਉਹ ਤੁਸੀਂ 150 ਤੋਂ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰਨੀ ਆ। ਇੱਥੇ ਬਲਕਾਰ ਸਿੰਘ ਜੀ ਆਪਾਂ ਇਹ ਵੀ ਦੱਸੀਏ, ਕਿਸਾਨ ਵੀਰ ਸੋਚਦੇ ਆ 200 ml ਦਵਾਈ ਨੇ ਕੀ ਕਰਨਾ, ਪਰ ਕਿਸਾਨ ਵੀਰੋ ਯੂਨੀਵਰਸਿਟੀ ਨੇ ਬਿਲਕੁਲ ਆਪਣੇ ਤੱਥਾਂ ਦੇ ਆਧਾਰ ਤੇ ਸਿਫਾਰਿਸ਼ਾਂ ਜਿਹੜੀਆਂ ਦਿੱਤੀਆਂ ਹੁੰਦੀਆਂ ਨੇ, ਸਾਨੂੰ ਦਵਾਈ ਦਾ ਬਿਲਕੁਲ ਤੁਪਕਾ ਵੀ ਵੱਧ ਨਹੀਂ ਪਾਉਣਾ ਚਾਹੀਦਾ। ਜਿੰਨੀ PAU ਨੇ ਸਾਨੂੰ ਸਿਫਾਰਿਸ਼ ਯੂਨੀਵਰਸਿਟੀ ਨੇ ਦਿੱਤੀ ਆ 200 ਮਿਲੀਲੀਟਰ ਪ੍ਰਤੀ ਏਕੜ ਦੀ, ਅਸੀਂ ਉਨੀ ਹੀ ਖੇਤ ਦੇ ਵਿੱਚ ਪਾਈਏ। ਖੇਤੀਬਾੜੀ ਐਕਸਪਰਟ ਜਿਹੜੇ ਉਹਨਾਂ ਨੇ ਆਪਣੇ ਤਰੀਕੇ ਨਾਲ ਬਣਾ ਕੇ ਉਹ ਹਦਾਇਤਾਂ ਦਿੱਤੀਆਂ ਹੁੰਦੀਆਂ। ਬਿਲਕੁਲ, ਕਈ ਵਾਰੀ ਕਿਸਾਨ ਵੀਰ ਜ਼ਿਆਦਾ ਪਾ ਦਿੰਦੇ ਆ ਦਵਾਈ, ਫਿਰ ਉਹ ਕਈ ਵਾਰੀ ਨੁਕਸਾਨਦੇਹ ਵੀ ਹੁੰਦੀ ਹੈ ਜੀ।
ਜਿਸ ਤਰ੍ਹਾਂ ਆਪਾਂ ਗੱਲ ਕਰ ਰਹੇ ਹਾਂ ਕਿ 2015 ਚ ਕਿਸਾਨ ਵੀਰ ਆਏ ਨੇ ਔਰ ਇਸ ਵਰੇ ਇਹਨਾਂ ਦੀ ਪਹਿਲੀ ਫਸਲ ਕਣਕ ਦੀ ਫਸਲ ਜਿਹੜੀ ਭਰਪੂਰ ਤੌਰ ਤੇ ਆ ਰਹੀ ਹੈ ਔਰ ਬਾਰਿਸ਼ ਬੜੇ ਟਾਈਮ ਨਾਲ ਹੋਈ ਹੈ ਔਰ ਇਹਨਾਂ ਨੂੰ ਬੜੀਆਂ ਉਮੀਦਾਂ ਨੇ ਕਿ ਕਣਕ ਦੀ ਖੇਤੀ 'ਚ ਪੈਦਾਵਾਰ ਅੱਛੀ ਹੋਏਗੀ। ਔਰ ਜਿਸ ਤਰ੍ਹਾਂ ਇਹ ਵੀ ਇੱਕ 2015 ਇੰਟਰਨੈਸ਼ਨਲ ਸੋਇਲ ਟੈਸਟਿੰਗ ਦੇ ਤੌਰ ਤੇ ਵੀ ਮਨਾਇਆ ਜਾ ਰਿਹਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਖੇਤੀਬਾੜੀ ਦਾ ਜਿਹੜੀ ਫਸਲ ਆ ਉਹਨੂੰ ਵਧੀਆ ਉਗਾਉਣ ਲਈ ਬੀਜ ਜਿਹੜਾ ਸੋਧ ਕੇ ਪਾਉਣਾ ਚਾਹੀਦਾ ਔਰ ਨਾਲ ਹੀ ਖੇਤੀਬਾੜੀ ਨੂੰ ਹੋਰ ਜਿਹੜਾ ਪੈਦਾਵਾਰ ਵਧਾਉਣ ਲਈ ਸੋਇਲ ਟੈਸਟਿੰਗ ਜਾਂ ਮਿੱਟੀ ਪਰਖ ਬਹੁਤ ਜ਼ਰੂਰੀ ਹੈ। ਬਿਲਕੁਲ ਜੀ। ਔਰ ਇਹ ਜਿੱਦਾਂ ਇਹ ਵਰ੍ਹਾ ਮਨਾਇਆ ਜਾ ਰਿਹਾ ਇਹਦੇ 'ਚ ਕਿਸ ਤਰ੍ਹਾਂ ਜਿਹੜੇ ਕਿਸਾਨ ਨੇ ਉਹਨਾਂ ਦੀ ਜਿਹੜੀ ਸੋਇਲ ਟੈਸਟਿੰਗ ਕਿਸ ਤਰ੍ਹਾਂ ਦੀ ਹੋਏਗੀ ਔਰ ਉਹ ਜਿਹੜੇ ਜ਼ਰਾਇਤੀ ਐਕਸਪਰਟ ਨੇ ਜਾਂ ਮਾਹਰ ਨੇ ਉਹ ਕਿਸ ਤਰ੍ਹਾਂ ਖੇਤਾਂ 'ਚ ਆਉਣਗੇ ਜਾਂ ਉਹਨਾਂ ਦੀ ਕੋਈ ਪ੍ਰਯੋਗਸ਼ਾਲਾ ਨੇ ਜਾਂ ਉਹਨਾਂ ਦੀ ਮਿੱਟੀ ਜਿਹੜੇ ਸੈਂਪਲ ਉੱਥੇ ਜਾਣਗੇ? ਜੀ ਹਾਂਜੀ ਹਾਂਜੀ। ਕਿਸਾਨ ਵੀਰੋ 2015 ਨੂੰ ਇੰਟਰਨੈਸ਼ਨਲ ਈਅਰ ਆਫ ਸੋਇਲਸ ਕਹਿਣ ਦਾ ਭਾਵ ਕਿ ਵਿਸ਼ਵ ਪੱਧਰ ਦੇ ਉੱਤੇ ਮਿੱਟੀ ਦੇ ਸਾਲ ਦੇ ਵਜੋਂ ਮਨਾਇਆ ਜਾ ਰਿਹਾ, ਭੂਮੀ ਦੇ ਸਾਲ ਦੇ ਵਜੋਂ ਮਨਾਇਆ ਜਾ ਰਿਹਾ। ਸਾਡਾ ਵੀ ਇਹਦੇ ਵਿੱਚ ਯੋਗਦਾਨ ਪਾਉਣਾ ਬਣਦਾ ਹੈ ਕਿਉਂਕਿ ਬਲਕਾਰ ਸਿੰਘ ਜੀ ਦੇਖਦੇ ਆ ਬਹੁਤ ਲੰਬੇ ਸਮੇਂ ਤੋਂ ਕਿਸਾਨ ਵੀਰ ਆ ਨਾ ਮਿੱਟੀ ਟੈਸਟ ਵੱਲ ਨੂੰ ਧਿਆਨ ਨਹੀਂ ਦਿੰਦੇ। ਦੇਖੋ ਜੇ ਅਸੀਂ ਧਰਤੀ ਨੂੰ ਮਾਂ ਕਹਿੰਦੇ ਹਾਂ ਤੇ ਇੱਕ ਸਾਡੀ ਆਪਣੀ ਮਾਂ ਜਿਹਨੇ ਸਾਨੂੰ ਜਨਮ ਦਿੱਤਾ ਉਹਦਾ ਅਸੀਂ ਇੰਨਾ ਧਿਆਨ ਰੱਖਦੇ ਹਾਂ, ਜਿਹਨੇ ਸਾਨੂੰ ਖਾਣ ਨੂੰ ਦਿੱਤਾ ਉਹਦਾ ਅਸੀਂ ਧਿਆਨ ਨਹੀਂ ਰੱਖਦੇ। ਠੀਕ ਹੈ ਕਿ ਵੈਸੇ ਤਾਂ ਪਹਿਲਾਂ ਸੀਗਾ ਇਹ ਕਨਸੈਪਟ ਕਿ ਪੰਜਾਬ ਦੀ ਮਿੱਟੀ ਬੜੀ ਉਪਜਾਊ ਹੈ, ਜ਼ਰਖੇਜ਼ ਆ ਔਰ ਪਾਣੀ ਵੀ ਬੜਾ ਨਰੋਇਆ, ਪਰ ਹੁਣ ਕਈ ਤਰ੍ਹਾਂ ਦੀ ਇਹਦੇ 'ਚ ਜਿਹੜਾ ਪਾਣੀ ਵੀ ਜਿਹੜਾ ਉਹਦੇ 'ਚ ਕਈ ਘਾਟ ਆ ਗਈ, ਪਾਣੀ 'ਚ ਵੀ ਕਈ ਦੂਸ਼ਿਤ ਆ ਗਿਆ ਔਰ ਇਹਨਾਂ ਚੀਜ਼ਾਂ ਨੂੰ ਸਾਡੇ ਵਿਗਿਆਨੀਆਂ ਨੇ ਵੈਸੇ ਚੰਗੀ ਗੱਲ ਜਿਹੜਾ ਲਿਆ। ਵੱਧ ਝਾੜ ਲੈਣ ਦੀ ਹੋੜ ਦੇ ਵਿੱਚ ਨਾ ਸਾਡੇ ਕਿਸਾਨ ਵੀਰਾਂ ਨੇ ਅੰਨ੍ਹੇਵਾਹ ਖਾਦਾਂ, ਅੰਨ੍ਹੇਵਾਹ ਦਵਾਈਆਂ ਸਪਰੇਅ ਕਰਨੀਆਂ ਝਾੜ ਵੱਧ ਲੈਣ ਦਿੱਤੀਆਂ। ਸੋ ਕਿਸਾਨ ਵੀਰੋ ਇਸ ਵਰੇ ਦੇ ਵਿੱਚ ਅਸੀਂ ਆਪਣਾ ਯੋਗਦਾਨ ਇਸੇ ਗੱਲੋਂ ਪਾਉਣਾ ਆ ਕਿ ਅਸੀਂ ਬਿਲਕੁਲ ਹੀ ਖਾਦਾਂ ਜਿਹੜੀਆਂ ਉਹ ਯੂਨੀਵਰਸਿਟੀ ਦੀ ਸਿਫਾਰਿਸ਼ ਦੇ ਮੁਤਾਬਕ ਪਾਉਣੀਆਂ, ਸਹੀ ਸਮੇਂ ਤੇ ਪਾਉਣੀਆਂ। ਦਵਾਈਆਂ ਜਿਹੜੀਆਂ ਉਹ ਸਲਾਹ ਲੈ ਕੇ ਖੇਤੀਬਾੜੀ ਵਿਭਾਗ ਦੇ ਮਾਹਰਾਂ ਤੋਂ ਜਾਂ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮਾਹਰਾਂ ਦੀ ਸਿਫਾਰਿਸ਼ ਦੇ ਨਾਲ ਪਾਉਣੀਆਂ। ਤੇ ਅਸੀਂ ਹਰੀਆਂ ਖਾਦਾਂ ਲਾਉਣੀਆਂ, ਰੂੜੀ ਖਾਦ ਨੂੰ ਖੇਤ ਦੇ ਵਿੱਚ ਪਾਉਣਾ ਆ ਤੇ ਜਿਹੜੀ ਇਹਦੀ ਉਪਜਾਊ ਸ਼ਕਤੀ ਇਹਨੂੰ ਬਰਕਰਾਰ ਰੱਖਣਾ। ਸੋ ਇਹ ਸਾਡਾ ਮੁੱਖ ਮੰਤਵ ਹੈ ਇਸ 2015 ਸਾਲ ਦਾ। ਅਸੀਂ ਵੀ ਕੋਸ਼ਿਸ਼ ਕਰਾਂਗੇ ਵਿਭਾਗ ਦੇ ਵੱਲੋਂ ਕਿ ਹਰ ਪਿੰਡ ਦੀ ਮਿੱਟੀ ਹੈ ਜਿਹੜੀ ਉਹ ਟੈਸਟ ਕਰਵਾਈ ਜਾਵੇ। ਅਸੀਂ ਵੀ ਕਿਉਂਕਿ ਸਾਡਾ ਵੀ ਯੋਗਦਾਨ ਬਣਦਾ ਹੈ ਜੀ ਇਹਦੇ ਵਿੱਚ ਪਾਉਣਾ 2015 ਦੇ ਵਿੱਚ। ਕਿਸਾਨ ਵੀਰੋ ਦੇਖੋ ਮਿੱਟੀ ਪਰਖ ਕਰਾਉਣੀ ਬਹੁਤ ਜ਼ਰੂਰੀ ਆ ਤਾਂ ਕਿ ਉਹਦੇ ਆਧਾਰ ਦੇ ਉੱਤੇ ਹੀ ਅਸੀਂ ਖਾਦਾਂ ਪਾਈਏ, ਦਵਾਈਆਂ ਪਾਈਏ। ਬਹੁਤਾ ਸਰਮਾਇਆ ਜਿਹੜਾ ਜੀ ਸਾਡਾ ਖਾਦਾਂ ਦੇ ਉੱਤੇ ਲੱਗ ਜਾਂਦਾ ਕਿਸਾਨ ਵੀਰ ਦਾ। ਝਾੜ ਵੱਧ ਲੈਣ ਲਈ ਲੋਕ ਲੱਗ ਵੀ ਜਾਂਦੇ ਇਸੇ ਪਾਸੇ। ਸੋ ਜਿਹੜਾ ਬਹੁਤਾ ਸਰਮਾਇਆ ਉਹਨੂੰ ਬਚਾਉਣ ਦੇ ਲਈ ਸਾਨੂੰ ਜ਼ਰੂਰੀ ਹੈ ਕਿ ਅਸੀਂ ਮਿੱਟੀ ਪਰਖ ਕਰਾਈਏ। ਸੋ ਕਿਸਾਨ ਵੀਰੋ ਮਿੱਟੀ ਪਰਖ ਤੁਸੀਂ ਆਪਣੇ ਬਲਾਕ ਦੇ ਵਿੱਚ ਜਾ ਕੇ ਖੇਤੀਬਾੜੀ ਅਫਸਰ ਨਾਲ ਸੰਪਰਕ ਕਰ ਸਕਦੇ ਹੋ। PAU ਦੀਆਂ ਜਿਹੜੀਆਂ ਸਿਫਾਰਿਸ਼ ਕੀਤੀਆਂ ਨੇ ਲੈਬੋਰਟਰੀਆਂ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿੱਚ ਜਾਂ ਯੂਨੀਵਰਸਿਟੀ ਦੇ ਵਿੱਚ ਜਾ ਕੇ ਸੋ ਅਸੀਂ ਮਿੱਟੀ ਹੈ ਜਿਹੜੀ ਉਹ ਪਰਖ ਕਰਵਾ ਸਕਦੇ ਹਾਂ ਆਪਣਾ ਸੈਂਪਲ ਖੇਤ ਦੇ ਵਿੱਚੋਂ ਜਾ ਕੇ। ਚੌਹਾਨ ਸਾਹਿਬ ਬੜੀ ਅੱਛੀ ਗੱਲਾਂ ਹੋਈਆਂ ਨੇ ਔਰ ਖ਼ਾਸ ਤੌਰ 'ਤੇ ਕਣਕ ਦੀ ਖੇਤੀ ਨਾਲ, ਕਿਉਂਕਿ ਸਾਡੇ ਕਿਸਾਨ ਵੀਰ ਇਹਨਾਂ ਗੱਲਾਂ ਨਾਲ ਬਿਲਕੁਲ ਜਾਣੂ ਹੋਣਾ ਚਾਹੁੰਦੇ ਵੀ ਸੀਗੇ ਕਿਉਂਕਿ ਕਣਕ ਦੀ ਖੇਤੀ 'ਚ ਕਈ ਬਿਮਾਰੀਆਂ ਨੇ, ਕਈ ਪੂਰਤੀਆਂ ਵੀ ਨੇ ਕਿ ਉਹ ਕਰਨ ਲਈ ਜਿਹੜੀ ਖ਼ਾਸ ਤੌਰ 'ਤੇ ਤੁਸੀਂ ਲਘੂ ਤੱਤਾਂ ਬਾਰੇ ਜਿਹੜੀ ਗੱਲਬਾਤ ਕੀਤੀ ਹੈ ਇਹ ਗੱਲ ਸ਼ਾਇਦ ਤਾਂ ਨਹੀਂ ਔਰ ਬੜੇ ਤਰੀਕੇ ਦੀ ਗੱਲ ਸੀ ਔਰ ਸਾਡੇ ਕਿਸਾਨ ਵੀਰਾਂ ਨੂੰ ਬੜੀ ਲਾਹੇਵੰਦ ਰਹੇਗੀ ਔਰ ਅਸੀਂ ਚਾਹੁੰਦੇ ਹਾਂ ਕਿ ਫਿਰ ਅਸੀਂ ਉਹਨਾਂ ਨੂੰ ਇੱਥੇ ਮਿਲਾਂਗੇ ਜੀ ਔਰ ਪਟਿਆਲਾ ਦੂਰਦਰਸ਼ਨ 'ਤੇ ਫਿਰ ਉਹਨਾਂ ਨਾਲ ਅਸੀਂ ਇੱਥੇ ਉਹਨਾਂ ਨਾਲ ਇਹੀ ਗੱਲਾਂ ਕਰਾਂਗੇ ਖੇਤੀਬਾੜੀ ਨਾਲ ਸੰਬੰਧਿਤ ਔਰ ਇਹਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਸਮਾਪਤ ਹੁੰਦਾ ਹੈ। ਸਤਿ ਸ਼੍ਰੀ ਅਕਾਲ।